गुर के चरण ऊपर मेरे माथे, ताते दुख मेरे सगले लाथे। पातशाह जी ने आख्या है, गुरु एक ऐसी हस्ती है जो साडे दुखां नूं दूर करन वाला है। गुरु तो बगैर सानू सुख भी प्राप्त नहीं हुंदा। गुरु तो बगैर आदि बेआदि उपाधि तीन तरह का जिहड़ा ताप है, तीन तरह का जिहड़ा दुख है, ये भी दूर नहीं हुंदा। गुरु तो बगैर दुख विछोड़ा, एक दुख भूख, एक दुख सगत वार जमदूत, एक दुख रोग लगे तन धाए। ये भी चार तरह का दुख सानू लगा। विछोड़ा उस मालक दा, ये भी दुख। दूजा दुख गरीबी दा, ये भी दुख। तीजा दुख शरीर नूं कोई रोग लग जाना, ये भी दुख। फिर जमा दी मार पैनी, नरकां दे विच सड़ना, भवजल दे विच डुबना, 84 ਲੱਖ जून विच पए रहना, ये भी वड्डा दुख। ये भी जिहड़ा चार तरह का वड्डा दुख है, जो वड्डी परेशानी है, ये भी गुरु तो बिना खत्म नहीं हो सकती। गुरु तो बगैर ये दुख मेटिया नहीं जाता। इसलिए गुरु की अत्यंत लोड़ है, अत्यंत लोड़। पातशाह की जदों आपां बाणी पढ़ते हैं ना, पातशाह ने बाणी दे विच आख्या है, संसार दे अंदर तीन चीज़ां हन, तीन तत्त हन। एक तत्त है ब्रह्म, एक तत्त है माया, एक तत्त है जीवात्मा। ये तीन ही ते तत्त हन, चौथा तत्त नहीं है कोई। इसलिए उस ईश्वर ने ना, जो ब्रह्म है, उस ब्रह्म ने माया नूं बनाया। माया नूं बना के फिर जीव नूं भी उन्हें बनाया। जीव नूं माया दे हवाले कर दिता ते आपां जीव आत्मा उस ब्रह्म तो विछड़ गई। विछड़ के आपां माया दे इस इलाके विच आ गए। माया दे इस इलाके विच आ गए। ये माया दा देश है जिथे आपां बैठे हाँ। ये शरीर भी माया है। माया दे देश विच आ गए, उस ब्रह्म नालों विछड़ गए जो साडा पिता है, जो साडा मालक है, जो साडा साहिब है, जिस दे आपां अंश हाँ, वो साडा अंशी है। असीं अपने अंशी दे कोलों विछड़ गए, माया दे देश विच आ गए। माया दे देश विच आके असीं अपने पिता नूं, परमेश्वर जी नूं, ਉਹਨੂੰ ਭੁੱਲ ਕੇ ਬੈਠ ਗਏ ਤੇ ਫਿਰ ਅਸੀਂ ਦੁੱਖ ਭੋਗਣ ਲੱਗ ਪਏ, ਕਿਉਂਕਿ ਮਾਲਕ ਜੀ ਤੋਂ ਵਿਛੋੜਾ ਨਹੀਂ ਖਤਮ ਹੋ ਰਿਹਾ ਤੇ ਦੁੱਖ ਸਾਨੂੰ ਮਿਲਦੇ ਗਏ। ਕਿਹੜਾ ਕਿਹੜਾ ਦੁੱਖ ਮਿਲਦਾ ਰਿਹਾ। ਇੱਕ ਤੇ ਤਿੰਨ ਤਰ੍ਹਾਂ ਦਾ ਸਾਨੂੰ ਤਾਪ ਲੱਗਾ, ਆਦਿ ਵਿਆਧੀ ਉਪਾਧੀ। ਸਰੀਰ ਦਾ ਦੁੱਖ, ਮਨ ਦਾ ਦੁੱਖ, ਜੋ ਘਰਾਂ ਦੇ ਵਿੱਚ ਰਹਿੰਦਾ ਹੈ ਦੁੱਖ, ਆਪਸ ਵਿੱਚ ਜੀਆਂ ਦੀ ਬਣਦੀ ਨਹੀਂ, ਆਪਸੀ ਸੁਭਾਅ नहीं रलदा, एक दूजे नाल साडी विचार नहीं रलदी, ये भी वड्डा दुख। फिर जिहड़ा चार तरह का दुख, एक विछोड़े का, वो तो वड्डा दुख है ना, जो मालक नालों विछोड़ा पै गया। उस वड्डे दुख के कारण ही सानू जमा दी मार, ये भी दुख लगता है। फिर गरीबी जां शरीर नूं कोई देही नूं कोई रोग लग जाना, ये भी वड्डा दुख। ਇਹ ਦੁੱਖ ਅਸੀਂ ਭੋਗਣ ਲੱਗ ਪਏ ਕਿਉਂਕਿ ਮਾਲਕ ਤੋਂ ਵਿਛੜ ਗਏ, ਉਹਨੂੰ ਭੁੱਲ ਗਏ। ਉਹਨੂੰ ਭੁੱਲ ਗਏ, ਇਹ ਦੁੱਖ ਸਾਨੂੰ ਪੱਕੇ ਤੌਰ 'ਤੇ ਲੱਗ ਗਏ। ਇਹ ਹੁਣ ਦੁੱਖ ਦੂਰ ਹੋਵੇ ਕਿਸ ਤਰ੍ਹਾਂ, ਸਾਨੂੰ ਸਮਝ ਨਹੀਂ ਕੋਈ ਪੈ ਰਹੀ, ਕਿਉਂਕਿ ਮਾਲਕ ਤੋਂ ਵਿਛੜ ਗਏ, ਉਹਦਾ ਚੇਤਾ ਹੀ ਭੁੱਲ ਗਿਆ, ਚੇਤਾ ਨਹੀਂ ਕੋਈ ਆਇਆ। ਇਸ ਲਈ ਫਿਰ ਉਸ ਵਾਹਿਗੁਰੂ ਜੀ ਨੇ ਆਪਣਾ ਇੱਕ ਸਰਗਣ ਸਰੂਪ ਧਾਰਿਆ
ਗੁਰੂ ਸਾਹਿਬ ਜੀ ਨੂੰ ਸਾਡੇ ਵਿੱਚ ਭੇਜਿਆ। ਆਪਾਂ ਪੰਜਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਨਾ, ਪਾਤਸ਼ਾਹ ਨੇ ਬਾਣੀ ਵਿੱਚ ਆਖਿਆ ਹੈ, ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ, ਆਨੰਦ ਮੰਗਲ ਗੁਣ ਗਾਓ, ਸਹਿਜ ਧੁਨ ਨਿਹਚਲ ਰਾਜ ਕਮਾਓ, ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਪਾਤਸ਼ਾਹ ਨੇ ਆਖਿਆ ਹੈ, ਉਸ ਮਾਲਕ ਨੇ ਤੁਹਾਨੂੰ ਆਪ ਹੀ ਭੇਜਿਆ ਸੀ ਮਾਇਆ ਦੇ ਇਸ ਦੇਸ਼ ਵਿੱਚ। ਹੁਣ ਤੁਸੀਂ ਉਹਦੇ ਕੋਲੋਂ ਵਿਛੜ ਕੇ ਤੇ ਵਿਲਕਦੇ ਪਏ ਹੋ। ਹੁਣ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਇਸ ਦੁੱਖ ਨੂੰ ਦੂਰ ਕਿਸ ਤਰ੍ਹਾਂ ਕਰੀਏ ਜੋ ਸਾਨੂੰ ਲੱਗਦੇ ਹਨ। ਫਿਰ ਉਸ ਮਾਲਕ ਨੂੰ ਸਾਡੇ ਤੇ ਤਰਸ ਆਇਆ, ਉਸ ਮਾਲਕ ਨੂੰ ਸਾਡੇ ਤੇ ਦਇਆ ਆਈ। ਉਸ ਮਾਲਕ ਨੇ ਫਿਰ ਆਪਣਾ ਸਰਗੁਣ ਸਰੂਪ ਧਾਰਿਆ, ਜਿਹਨੂੰ ਆਪਾਂ ਸ਼ਬਦ ਸਰੂਪੀ ਸਤਿਗੁਰੂ ਕਹਿੰਦੇ ਆ। ਫਿਰ ਸਤਿਗੁਰੂ ਜੀ ਸਾਡੇ ਵਿੱਚ ਆਏ। ਉਹਨੇ ਫਿਰ ਸਤਿਗੁਰ ਨੇ ਆ ਕੇ ਸਾਨੂੰ ਸਮਝਾਇਆ ਕਿ ਭਾਈ ਮੈਂ ਤੁਹਾਨੂੰ ਤੁਹਾਡੇ ਦੇਸ਼ ਵਿੱਚ ਲੈ ਕੇ ਜਾ ਸਕਦਾ, ਜੋ ਤੁਹਾਡਾ ਆਪਣਾ ਦੇਸ਼ ਹੈ। ਉਸ ਦੇਸ਼ ਦੇ ਵਿੱਚ ਤੁਹਾਡਾ ਆਪਣਾ ਪਿਤਾ ਬੈਠਾ। ਫਿਰ ਸੱਚੇ ਸਤਿਗੁਰ ਨੇ ਸਾਨੂੰ ਉਸ ਬ੍ਰਹਮ ਦਾ ਭੇਦ ਸਮਝਾਇਆ, ਜੀਵ ਆਤਮਾ ਦਾ ਭੇਦ ਸਮਝਾਇਆ, ਮਾਇਆ ਦਾ ਭੇਦ ਸਮਝਾਇਆ ਕਿ ਤੁਸੀਂ ਕਿਸ ਤਰ੍ਹਾਂ ਮਾਇਆ ਦੇ ਦੇਸ਼ ਵਿੱਚ ਆਏ। ਸਤਿਗੁਰ ਨੇ ਸਾਰਾ ਭੇਦ ਸਮਝਾ ਕੇ ਸਾਨੂੰ ਉਸ ਬ੍ਰਹਮ ਨਾਲ ਜੋੜਿਆ, ਸਾਨੂੰ ਬ੍ਰਹਮ ਦੇ ਦੇਸ਼ ਵਿੱਚ ਦੁਬਾਰਾ ਲੈ ਗਏ। ਪਾਤਸ਼ਾਹ ਨੇ ਸਾਨੂੰ ਆਖਿਆ ਕਿ ਤੁਸੀਂ ਬ੍ਰਹਮ ਨਾਲੋਂ ਵਿਛੜ ਕੇ ਮਾਇਆ ਦੇ ਅਧੀਨ ਹੋ ਗਏ ਤੇ ਤੁਹਾਨੂੰ ਕਈ ਤਰ੍ਹਾਂ ਦੇ ਰੋਗ ਲੱਗ ਗਏ, 5 ਤਰ੍ਹਾਂ ਦੇ ਵਿਕਾਰ ਤੁਹਾਨੂੰ ਚੰਬੜ ਗਏ, ਵਾਸ਼ਨਾ ਦਾ ਚੱਕੜ ਤੁਹਾਨੂੰ ਲੱਗ ਗਿਆ, ਵਾਸ਼ਨਾ ਦੀ ਮੈਲ ਤੁਹਾਨੂੰ ਲੱਗ ਗਈ, ਦਵੈਸ਼ ਦੀ ਮੈਲ ਤੁਹਾਨੂੰ ਲੱਗ ਗਈ। ਇਸ ਮੈਲ ਦੇ ਕਾਰਨ ਤੁਸੀਂ ਉਸ ਨੂੰ ਵੇਖ ਨਹੀਂ ਸਕਦੇ ਤੇ ਨਾ ਉਹਨੂੰ ਪਾ ਸਕਦੇ ਹੋ। ਪਰ ਜੇ ਤੁਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਓਗੇ, ਗੁਰੂ ਸਾਹਿਬ ਨੇ ਆਖਿਆ ਕਿ ਜੇ ਤੁਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਓਗੇ ਤੇ ਗੁਰੂ ਐਡੀ ਸਮਰੱਥਾ ਦਾ ਮਾਲਕ ਹੈ ਕਿ ਗੁਰੂ ਤੁਹਾਨੂੰ ਉਸ 5 ਵਿਕਾਰਾਂ ਦੀ ਮਾਰ ਤੋਂ ਬਚਾ ਸਕਦਾ ਹੈ। ਪਾਤਸ਼ਾਹ ਨੇ ਬਾਣੀ ਵਿੱਚ ਆਖਿਆ, ਜੀਤ ਲਈਏ ਓਏ ਮਹਾਂ ਬੇਖਾਦੀ, ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਇਹ ਜਿਹੜੇ 5 ਵਿਕਾਰ ਜੋ ਜਿੱਤੇ ਨਹੀਂ ਜਾ ਸਕਦੇ, ਜੋ ਸਾਨੂੰ ਹਮੇਸ਼ਾ ਹੀ ਹਰਾਉਂਦੇ ਹਨ, ਇਹਨਾਂ 5 ਵਿਕਾਰਾਂ ਨੂੰ ਅਸੀਂ ਕਦੋਂ ਜਿੱਤ ਸਕਦੇ ਹਾਂ? ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ। ਇਹ ਸਾਰਾ ਭੇਦ ਗੁਰੂ ਨੇ ਸਮਝਾਇਆ ਕਿ ਤੁਸੀਂ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਓ, ਗੁਰੂ ਤੁਹਾਨੂੰ ਉਸ ਮਾਲਕ ਨਾਲ ਜੋੜ ਦੇਵੇਗਾ। ਮਾਲਕ ਦੇ ਨਾਲ ਮਿਲਾਪ ਇਸ ਕਰਕੇ ਨਹੀਂ, ਵਿਛੋੜਾ ਇਸ ਕਰਕੇ ਹੈ ਕਿਉਂਕਿ ਤੁਸੀਂ 5 ਵਿਕਾਰਾਂ ਦੇ ਪੱਕੇ ਤੌਰ ਤੇ ਅਧੀਨ ਹੋ ਗਏ। ਤੁਹਾਡੇ ਮਨ ਨੂੰ ਦਵੈਸ਼ ਦੀ ਤੇ ਵਾਸ਼ਨਾਵਾਂ ਦੀ ਮੈਲ ਲੱਗ ਗਈ ਤੇ ਮੈਂ ਸਾਫ਼ ਕਰ ਸਕਦਾ, ਗੁਰੂ ਸਾਫ਼ ਕਰ ਸਕਦਾ ਇਸ ਮੈਲ ਨੂੰ, ਹੋਰ ਕੋਈ ਵੀ ਨਹੀਂ। ਇਸ ਲਈ ਪਾਵਨ ਗੁਰਬਾਣੀ ਵਿੱਚ ਨਾ ਪਾਤਸ਼ਾਹ ਨੇ ਥਾਂ ਥਾਂ ਤੇ ਆਖਿਆ ਹੈ ਕਿ ਗੁਰੂ ਦੀ ਅਤਿਅੰਤ ਲੋੜ ਹੈ, ਗੁਰੂ ਤੋਂ ਬਗੈਰ ਨਹੀਂ ਪਾਇਆ ਜਾਂਦਾ। ਕਿਉਂਕਿ ਗੁਰੂ ਜਿਹੜਾ ਹੈ ਨਾ, ਉਹ ਪਰਮੇਸ਼ਰ ਦੇ ਬਰਾਬਰ ਹੀ ਹੈ, ਪਰਮੇਸ਼ਰ ਦੇ ਬਰਾਬਰ। ਪਾਤਸ਼ਾਹ ਨੇ ਗੁਰਬਾਣੀ ਵਿੱਚ ਆਖਿਆ ਹੈ, ਉਹ ਜੋ ਬ੍ਰਹਮ ਹੈ ਨਾ, ਜੋ ਵਾਹਿਗੁਰੂ ਹੈ, ਉਹ ਕਿਸੇ ਦੇ ਵਸ ਨਹੀਂ। ਜੇ ਕਿਸੇ ਦੇ ਉਹ ਵਸ ਹੈ ਨਾ, ਜੇ ਕਿਸੇ ਦਾ ਉਹ ਗੁਲਾਮ ਹੈ ਤੇ ਸਿਰਫ ਭਗਤਾਂ ਦੇ ਵਸ ਹੀ ਹੈ, ਉਹਨਾਂ ਦੇ ਗੁਲਾਮ ਹੈ। ਤੂੰ ਭਗਤਾਂ ਕੇ ਵਸ, ਭਗਤਾ ਤਾਣ ਤੇਰਾ। ਗੁਰੂ ਭਗਤ ਆਖ ਲਓ, ਸੰਤ ਆਖ ਲਓ, ਮਹਾਤਮਾ ਆਖ ਲਓ, ਗੁਰੂ ਉਹ ਹੈ ਜੋ ਸਰਵ ਸ੍ਰੇਸ਼ਟ ਆਤਮਾ ਹੈ, ਮਹਾਤਮਾ, ਉੱਚ ਕੋਟੀ ਆਤਮਾ। ਇਸ ਲਈ ਮਹਾਤਮਾ ਆਖਿਆ ਜਾਂਦਾ ਹੈ। ਇਸ ਲਈ ਜੋ ਪਰਮੇਸ਼ਰ ਬ੍ਰਹਮ ਹੈ, ਉਹ ਸਿਰਫ ਗੁਰੂ ਦੇ ਹੀ ਵਾਸ ਹੈ।
ਗੁਰੂ ਹੀ ਸਾਡਾ ਮਿਲਾਪ ਉਸ ਬ੍ਰਹਮ ਨਾਲ ਕਰਵਾ ਸਕਦਾ ਹੈ। ਗੁਰੂ ਤੋਂ ਬਗੈਰ ਨਹੀਂ ਅਸੀਂ ਪਾ ਸਕਦੇ। ਪਰ ਜੀਵ ਦਾ ਸੁਭਾਅ ਹੈ, ਜੀਵ ਸਾਰਿਆਂ ਦੇ ਵਿੱਚ ਦੋਸ਼ ਵੇਖਦਾ ਹੈ, ਸਾਰਿਆਂ ਦੇ ਵਿੱਚ ਇਹਦਾ ਸੁਭਾਅ ਹੈ ਮੁੱਢ ਤੋਂ। ਇਹ ਦੂਜਿਆਂ ਦੇ ਔਗਣ ਵੇਖਦਾ ਹੈ, ਇਹ ਆਪਣੇ ਔਗਣ, ਆਪਣੇ ਅੰਦਰ ਦੋਸ਼ ਨਹੀਂ ਵੇਖਦਾ। ਇਹਦਾ ਸੁਭਾਅ ਹੈ ਇਹਨੇ ਦੂਜਿਆਂ ਦੇ ਵਿੱਚ ਦੋਸ਼ ਵੇਖਣਾ ਹੈ। ਦੂਜਿਆਂ ਦੇ ਵਿੱਚ ਦੋਸ਼ ਵੇਖਣ ਦੀ ਇਹਦੀ ਐਸੀ ਆਦਤ ਬਣ ਗਈ ਹੈ, ਪੱਕੀ ਹੈਬਿਟ ਬਣ ਗਈ ਹੈ। ਇਹ ਹੁਣ ਗੁਰੂ ਦੇ ਵਿੱਚ ਵੀ ਦੋਸ਼ ਵੇਖਦਾ ਹੈ। ਇਹ ਗੁਰੂ ਦੇ ਉਪਦੇਸ਼ ਦੇ ਵਿੱਚ ਵੀ ਦੋਸ਼ ਕੱਢਦਾ ਹੈ। ਆਹ ਬਾਣੀ ਗਲਤ ਹੈ, ਇਹ ਬਾਣੀ ਗੁਰੂ ਦੀ ਨਹੀਂ ਹੈ, ਇਹ ਬਾਣੀ ਉਹਨੇ ਨੇ ਲਿਖੀ। ਦਸਮ ਦੀ ਬਾਣੀ ਗਲਤ ਹੈ, ਇਤਿਹਾਸ ਗਲਤ ਹੈ, ਸੰਤ ਜਨ ਗਲਤ ਹਨ, ਇਹ ਦੰਭੀ ਹਨ, ਇਹ ਪਖੰਡੀ ਹਨ। ਇਹ ਜੀਵ ਜਿਹੜਾ ਹੈ ਨਾ, ਆਪ ਖੁਦ ਦੋਸ਼ ਨਾਲ ਭਰਿਆ ਤੇ ਇਹ ਦੂਜਿਆਂ ਦੇ ਵਿੱਚ ਵੀ ਦੋਸ਼ ਵੇਖਦਾ। ਵੇਖੋ ਇੱਕ ਉਦਾਹਰਨ ਹੈ, ਘੜੇ ਦੇ ਵਿੱਚ ਜੋ ਕੁਝ ਭਰਿਆ ਹੋਵੇ ਨਾ ਤੇ ਬਾਹਰ ਉਹੀ ਕੁਝ ਆਵੇਗਾ। ਜੇ ਆਪਾਂ ਘੜੇ ਵਿੱਚ ਰੇਤ ਭਰ ਦਈਏ ਤੇ ਉਹਦੇ ਵਿੱਚੋਂ ਰੇਤ ਹੀ ਬਾਹਰ ਆਵੇਗੀ। ਜੇ ਘੜੇ ਵਿੱਚ ਪਾਣੀ ਪਾ ਦਈਏ, ਪਾਣੀ ਬਾਹਰ ਆਵੇਗਾ। ਜੇ ਘੜੇ ਦੇ ਵਿੱਚ ਘਿਓ ਪਾ ਦਈਏ ਤੇ ਘੜੇ ਦੇ ਵਿੱਚੋਂ ਘਿਓ ਹੀ ਨਿਕਲੇਗਾ। ਐਸਾ ਕਦੇ ਵੀ ਨਹੀਂ ਹੋ ਸਕਦਾ ਕਿ ਘੜੇ ਦੇ ਵਿੱਚ ਦੁੱਧ ਪਾਇਆ ਹੋਵੇ ਤੇ ਪਾਣੀ ਬਾਹਰ ਆਵੇ। ਇਹ ਕਦੀ ਹੋ ਸਕਦਾ? ਕਦੇ ਵੀ ਨਹੀਂ ਹੋ ਸਕਦਾ। ਕਹਿਣ ਤੋਂ ਮੁਰਾਦ ਇਹ ਹੈ ਕਿ ਸਾਡੇ ਮਨ ਦੇ ਅੰਦਰ ਜੇ ਔਗਣ ਹਨ, ਦੋਸ਼ ਭਰਿਆ ਏ, ਅਸੀਂ ਫਿਰ ਸਾਰਿਆਂ ਦੇ ਵਿੱਚ ਦੋਸ਼ ਹੀ ਵੇਖਦੇ ਹਾਂ। ਅਸੀਂ ਫਿਰ ਸੰਤ ਜਨਾਂ ਦੇ ਵਿੱਚ, ਭਗਤਾਂ ਦੇ ਵਿੱਚ, ਗੁਰੂ ਅਵਤਾਰਾਂ ਦੇ ਵਿੱਚ ਵੀ ਦੋਸ਼ ਵੇਖਦੇ ਹਾਂ, ਜਿਸ ਕਰਕੇ ਅਸੀਂ ਨਾਮਾ ਅਪਰਾਧ ਕਰ ਬੈਠਦੇ ਹਾਂ। ਨਾਮਾ ਅਪਰਾਧ, ਜਦੋਂ ਅਸੀਂ ਨਾਮਾ ਅਪਰਾਧ ਕਰਦੇ ਹਾਂ ਫਿਰ ਸਾਨੂੰ ਸਜ਼ਾ ਮਿਲਦੀ ਹੈ। ਇੱਕ ਤੇ ਗੁਰੂ ਤੋਂ, ਬ੍ਰਹਮ ਤੋਂ ਵਿਛੜਦੇ ਹਾਂ, ਇੱਕ ਅਸੀਂ ਜੋ ਵੀ ਕੁਝ ਕਮਾਈ ਕੀਤੀ ਹੁੰਦੀ ਹੈ ਨਾ, ਬਾਣੀ ਦੀ, ਇੰਨਾ ਪਾਠ ਕੀਤਾ, ਜਪ ਤਪ ਕੀਤਾ, ਗੁਰੂ ਘਰ ਹਾਜ਼ਰੀਆਂ ਭਰੀਆਂ, ਜਦੋਂ ਆਪਾਂ ਸੰਤ ਜਨਾਂ ਦੇ ਵਿੱਚ ਦੋਸ਼ ਵੇਖ ਲਿਆ, ਭਗਤਾਂ ਦੇ ਵਿੱਚ ਦੋਸ਼ ਵੇਖ ਲਿਆ, ਜਦੋਂ ਗੁਰਬਾਣੀ ਦੇ ਉੱਪਰ ਉਂਗਲ ਆਪਾਂ ਉਠਾ ਲਈ, ਉਹ ਨਾਮਾ ਅਪਰਾਧ ਹੋ ਗਿਆ। ਜਦੋਂ ਆਪਾਂ ਨਾਮਾ ਅਪਰਾਧ ਕਰ ਦਿੱਤਾ, ਅਸੀਂ ਜਿੰਨੀ ਵੀ ਕਮਾਈ ਕੀਤੀ ਸੀ, ਜਿੰਨੀ ਵੀ ਬਾਣੀ ਪੜ੍ਹੀ ਸੀ, ਉਹ ਸਾਰੀ ਖੂਹ ਖਾਤੇ ਪੈ ਗਈ, ਸਾਰਾ ਮਲਿਆ ਮੇਟ ਹੋ ਗਿਆ। ਇੱਕ ਤੇ ਕਮਾਈ ਖੂਹ ਖਾਤੇ ਪਈ, ਦੂਜਾ ਫਿਰ ਜਮਾਂ ਦਾ ਸਾਨੂੰ ਡੰਡਾ ਪਿਆ, ਫਿਰ ਜਮਾਂ ਦੀ ਮਾਰ ਵੀ ਸਹਿਣੀ ਪਈ, ਜਮਾਂ ਦੀ ਮਾਰ। ਇਸ ਲਈ ਪਾਤਸ਼ਾਹ ਨੇ ਆਖਿਆ ਹੈ ਕਿ ਗੁਰੂ ਦੇ ਵਿੱਚ ਕਦੇ ਵੀ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ ਵੇਖਣਾ ਚਾਹੀਦਾ। ਸਗੋਂ ਗੁਰੂ ਦੇ ਕੋਲ ਭਾਵਨਾ ਦੇ ਨਾਲ ਆ ਕੇ ਗੁਰੂ ਨੂੰ, ਉਸ ਬ੍ਰਹਮ ਦਾ ਹੀ ਸਰੂਪ ਜਾਣ ਕੇ ਤੇ ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈਣੀ ਚਾਹੀਦੀ ਹੈ। ਗੁਰੂ ਤੋਂ ਬਗੈਰ ਨਹੀਂ ਮਿਲਦਾ। ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਤੂੰ ਬੜਾ ਜਪ ਤਪ ਕਰਦਾ ਏ, ਗੁਰੂ ਵੀ ਬਣਾਇਆ ਹੈ ਕਿ ਨਹੀਂ ਬਣਾਇਆ? ਕਬੀਰ ਸਾਹਿਬ ਆਖਣ ਲੱਗੇ, ਮੈਂ ਤੇ ਅਜੇ ਤੱਕ ਗੁਰੂ ਨਹੀਂ ਕੋਈ ਕੀਤਾ। ਉਸ ਜੀਵ ਨੇ ਆਖਿਆ ਕਿ ਤੂੰ ਜਿੰਨੀ ਮਰਜ਼ੀ ਕਮਾਈ ਕਰ, ਜਪ ਤਪ ਕਰ, ਬੰਦਗੀ ਕਰ, ਮਾਲਾ ਫੇਰ ਤੇ ਸਾਧੂਆਂ ਵਾਲਾ ਪਹਿਰਾਵਾ ਪਾ, ਜਿੰਨੇ ਸਮੇਂ ਤੱਕ ਗੁਰੂ ਦੀ ਸ਼ਰਨਾਗਤੀ ਨਹੀਂ ਕਰ ਲੈਂਦਾ, ਗੁਰੂ ਦੀ ਸ਼ਰਨ ਵਿੱਚ ਨਹੀਂ ਆ ਜਾਂਦਾ, ਓਨੇ ਸਮੇਂ ਤੱਕ ਤੇਰੀ ਕੀਤੀ ਕਮਾਈ ਮਾਲਕ ਦੇ ਘਰ ਪ੍ਰਵਾਨ ਹੀ ਨਹੀਂ। ਅਸੀਂ ਜਿੰਨੀ ਵੀ ਕਮਾਈ ਕਰੀਏ, ਜਿੰਨਾ ਵੀ ਅਸੀਂ ਪਾਠ ਕਰੀਏ ਜਾਂ ਪੂਜਾ ਕਰੀਏ, ਜਪ ਤਪ ਕਰੀਏ, ਸਮਾਧੀਆਂ ਲਾ ਕੇ ਬੈਠੇ ਰਹੀਏ, ਜਿੰਨੇ ਸਮੇਂ ਤੱਕ ਗੁਰੂ ਵਾਲੇ ਨਹੀਂ ਹੋ ਜਾਂਦੇ, ਗੁਰੂ ਦੀ ਸ਼ਰਨਾਗਤੀ ਨਹੀਂ ਕਰ ਲੈਂਦੇ, ਓਨੇ ਸਮੇਂ ਤੱਕ ਸਾਡੀ ਕੀਤੀ ਕਮਾਈ ਮਾਲਕ ਦੇ ਘਰ ਪ੍ਰਵਾਨ ਨਹੀਂ।
ਕਬੀਰ ਸਾਹਿਬ ਦੇ ਭਾਗ ਜਾਗੇ। ਉਹਨਾਂ ਸਮਿਆਂ ਦੇ ਵਿੱਚ ਸਵਾਮੀ ਰਾਮਾਨੰਦ ਜੀ ਬਹੁਤ ਮਸ਼ਹੂਰ ਸਨ। ਵੱਡਿਆਂ ਭਾਗਾਂ ਨਾਲ ਸਵਾਮੀ ਜੀ ਦੀ ਸੰਗਤ ਪ੍ਰਾਪਤ ਹੋਈ। ਭਗਤ ਕਬੀਰ ਸਾਹਿਬ ਜੀ ਨੂੰ ਪਤਾ ਲੱਗਾ ਕਿ ਸਵਾਮੀ ਰਾਮਾਨੰਦ ਜੀ ਪ੍ਰਭਾਤ ਸਮੇਂ ਉੱਠ ਕੇ ਨਾ ਗੰਗਾ ਦੇ ਤੱਟ ਤੇ ਆ ਕੇ ਇਸ਼ਨਾਨ ਕਰਦੇ ਹਨ। ਬਸ ਉਹੀ ਸਮਾਂ ਹੈ ਉਹਨਾਂ ਨੂੰ ਮਿਲਣ ਦਾ, ਤੇ ਨਾਮ ਦੀ ਦੀਕਸ਼ਾ, ਨਾਮ ਦੀ ਸਿੱਖਿਆ ਵੀ ਉਸੇ ਸਮੇਂ ਪ੍ਰਾਪਤ ਹੋਵੇਗੀ। ਕਬੀਰ ਸਾਹਿਬ ਨੇ ਸਮਾਂ ਨੋਟ ਕਰ ਲਿਆ ਕਿ ਇਸ ਸਮੇਂ ਤੇ ਆਉਂਦੇ ਹਨ। ਇੱਕ ਦਿਨ ਕਬੀਰ ਸਾਹਿਬ ਜਾਣ ਬੁੱਝ ਕੇ ਗੰਗਾ ਦੇ ਤੱਟ ਤੇ, ਗੰਗਾ ਦੇ ਕਿਨਾਰੇ ਤੇ ਲੰਮੇ ਪੈ ਗਏ। ਸਵਾਮੀ ਰਾਮਾਨੰਦ ਜੀ ਆਪਣੇ ਕੁਝ ਸੇਵਕਾਂ ਦੇ ਨਾਲ ਇਸ਼ਨਾਨ ਕਰਨ ਵਾਸਤੇ ਪ੍ਰਭਾਤ ਸਮੇਂ ਆ ਰਹੇ ਹਨ। ਅਚਨਚੇਤ ਸਵਾਮੀ ਰਾਮਾਨੰਦ ਜੀ ਦਾ ਪੈਰ ਕਬੀਰ ਸਾਹਿਬ ਦੇ ਮੱਥੇ ਤੇ ਰੱਖਿਆ ਗਿਆ। ਰਾਮਾਨੰਦ ਜੀ ਆਖਣ ਲੱਗੇ, ਉਹ ਭਾਈ ਪ੍ਰਭਾਤ ਸਮਾਂ ਹੋ ਗਿਆ ਏ, ਉਠੋ, ਉੱਠ ਕੇ ਰਾਮ 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 ਜਪੋ। ਕਬੀਰ ਸਾਹਿਬ ਜੀ ਅਤਿਅੰਤ ਖੁਸ਼ ਹੋਏ, ਗੁਰੂ ਚਰਨਾਂ ਤੇ ਨਮਸਕਾਰ ਕੀਤੀ ਤੇ ਰਾਮ 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 ਜਪਣ ਲੱਗ ਪਏ। ਕਬੀਰ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ ਨਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਕਬੀਰ ਸਾਹਿਬ ਜੀ ਨੇ ਫਿਰ ਇੰਨੀ ਕਮਾਈ ਕੀਤੀ ਹੈ ਕਿ ਥੋੜ੍ਹੇ ਦਿਨਾਂ ਦੇ ਵਿੱਚ ਹੀ ਉਹਨਾਂ ਦਾ ਪ੍ਰਤਾਪ ਸਾਰੇ ਇਲਾਕੇ ਵਿੱਚ ਫੈਲ ਗਿਆ, ਸਾਰੇ ਇਲਾਕੇ ਵਿੱਚ। ਸਵਾਮੀ ਰਾਮਾਨੰਦ ਜੀ ਨੂੰ ਪਤਾ ਲੱਗਾ ਕਿ ਆਪਣੇ ਇਸ ਇਲਾਕੇ ਦੇ ਵਿੱਚ ਕਬੀਰ ਨਾਮ ਦਾ ਇੱਕ ਭਗਤ ਪ੍ਰਗਟ ਹੋਇਆ ਹੈ, ਬੜਾ ਪ੍ਰਤਾਪੀ ਹੈ, ਬਹੁਤ ਪ੍ਰਤਾਪੀ ਹੈ। ਕਬੀਰ ਸਾਹਿਬ ਜੀ ਦੇ ਨਾਲ ਭੇਟ ਹੋਈ। ਪੁੱਛਣ ਤੇ ਪਤਾ ਲੱਗਾ, ਸਵਾਮੀ ਜੀ ਤੁਹਾਡੇ ਕੋਲੋਂ ਹੀ ਨਾਮ ਮਿਲਿਆ। ਮੈਂ ਕਦੋਂ ਨਾਮ ਦਿੱਤਾ ਹੈ ਤੈਨੂੰ? ਆਖਣ ਲੱਗੇ, ਤੁਸੀਂ ਜਦੋਂ ਪ੍ਰਭਾਤ ਸਮੇਂ ਇਸ਼ਨਾਨ ਕਰਨ ਨਹੀਂ ਸੀ ਆਏ ਗੰਗਾ ਦੇ ਤੱਟ ਤੇ, ਤੁਹਾਡਾ ਪੈਰ ਮੇਰੇ ਮੱਥੇ ਤੇ ਰੱਖਿਆ ਗਿਆ, ਤੁਹਾਡੀ ਛੋਹ ਮੈਨੂੰ ਪ੍ਰਾਪਤ ਹੋਈ। ਤੁਹਾਡੇ ਮੁਖ ਵਿੱਚੋਂ ਜਿਹੜਾ ਬਚਨ ਨਿਕਲਿਆ ਸੀ ਨਾ, ਰਾਮ ਰਾਮ, ਉਹ ਬਚਨ ਮੈਂ ਮੰਨ ਲਿਆ, ਉਹ ਬਚਨ ਮੈਂ ਵਿਸਾਰਿਆ ਨਹੀਂ। ਹਿਰਦੇ ਵਿੱਚ ਧਾਰਨ ਕਰਕੇ ਫਿਰ ਮੈਂ ਰਾਮ ਰਾਮ ਜਪਣਾ ਸ਼ੁਰੂ ਕਰ ਦਿੱਤਾ, ਤੇ ਜਿਹਦੀ ਬਦੌਲਤ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ। ਪਾਵਨ ਗੁਰਬਾਣੀ ਦੇ ਵਿੱਚ ਵੀ ਆਖਿਆ ਹੈ ਨਾ, ਗੁਰੂ ਦਾ ਬਚਨ ਬੜਾ ਅਮੋਲਕ ਹੈ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਗੁਰ ਕਾ ਬਚਨ ਸਦਾ ਅਬਿਨਾਸ਼ੀ। ਗੁਰੂ ਦਾ ਬਚਨ ਜਿਹੜਾ ਹੈ ਇਹ ਅਬਿਨਾਸ਼ੀ ਹੈ। ਜੇ ਗੁਰੂ ਦਾ ਬਚਨ ਸਾਡੇ ਹਿਰਦੇ ਵਿੱਚ ਵਸ ਜਾਵੇ ਤੇ ਸਾਨੂੰ ਉਸ ਮਾਲਕ ਦੀ, ਬ੍ਰਹਮ ਦੀ ਪ੍ਰਾਪਤੀ ਹੋਵੇਗੀ। ਫਿਰ ਸਾਨੂੰ ਇਹ ਵਿਛੋੜਾ ਨਹੀਂ ਝੱਲਣਾ ਪਵੇਗਾ, ਫਿਰ ਜਮਾਂ ਦੀ ਮਾਰ ਵੀ ਨਹੀਂ ਪੈਣੀ ਪਵੇਗੀ, ਜਮਾਂ ਦੀ ਮਾਰ ਵੀ ਨਹੀਂ ਸਹਾਰਨੀ ਪਵੇਗੀ। ਜੋ ਸਾਨੂੰ ਦੇਹੀ ਨੂੰ ਰੋਗ ਲੱਗਦਾ ਹੈ ਆਦਿ ਵਿਆਧੀ ਉਪਾਧੀ ਦਾ, ਇਹ ਰੋਗ ਵੀ ਕਦੇ ਨਹੀਂ ਲੱਗੇਗਾ। ਕਿਉਂਕਿ ਸਤਿਗੁਰ ਨੇ ਜਨਮ ਮਰਨ ਦਾ ਗੇੜਾ ਹੀ ਖਤਮ ਕਰ ਦੇਣਾ। ਇਹ ਰੋਗ ਓਨੇ ਸਮੇਂ ਤੱਕ ਹੀ ਹੈ ਜਿੰਨੇ ਸਮੇਂ ਤੱਕ ਅਸੀਂ ਜਨਮ ਮਰਨ ਦੇ ਗੇੜਿਆਂ ਵਿੱਚ ਹਾਂ। ਜਦੋਂ ਜਨਮ ਮਰਨ ਦਾ ਗੇੜਾ ਖਤਮ ਹੋ ਗਿਆ ਤੇ ਫਿਰ ਇਹ ਦੇਹੀ ਨੂੰ ਰੋਗ ਕਿੱਥੋਂ ਲੱਗੇਗਾ? ਜਦੋਂ ਅਸੀਂ ਦੇਹੀ ਨਾਲੋਂ ਅਲੱਗ ਹੀ ਹੋ ਗਏ, ਜਦੋਂ ਅਸੀਂ ਆਪਣੇ ਆਪ ਨੂੰ ਆਤਮਿਕ ਤੱਤ ਹੀ ਮੰਨ ਲਿਆ, ਫਿਰ ਦੇਹ ਨੂੰ ਰੋਗ ਨਹੀਂ ਲੱਗਦਾ। ਦੇਹੀ ਓਨੇ ਸਮੇਂ ਤੱਕ ਹੀ ਰੋਗੀ ਰਹਿੰਦੀ ਹੈ ਜਿੰਨੇ ਸਮੇਂ ਤੱਕ ਸਾਨੂੰ ਇਹ ਭਰਮ ਹੈ ਕਿ ਮੈਂ ਦੇਹੀ ਰੂਪ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਦੇਹੀ ਰੂਪ ਮੰਨਦੇ ਹਾਂ ਤੇ ਦੇਹੀ ਰੋਗਾਂ ਦਾ ਘਰ ਬਣੀ ਰਹਿੰਦੀ ਹੈ। ਜਦੋਂ ਗੁਰੂ ਦੀ ਸ਼ਰਨਾਗਤੀ ਕਰਕੇ ਪਤਾ ਲੱਗਾ ਕਿ ਮੈਂ ਦੇਹੀ ਰੂਪ ਨਹੀਂ, ਮੈਂ ਆਤਮਿਕ ਰੂਪ ਹਾਂ, ਫਿਰ ਦੇਹੀ ਨੂੰ ਕਿਸੇ ਪ੍ਰਕਾਰ ਦਾ ਕੋਈ ਰੋਗ ਨਹੀਂ ਲੱਗਦਾ। ਕਿਰਪਾ ਕਿਹਦੀ ਹੈ? ਗੁਰੂ ਨਾਨਕ ਦੀ ਕਿਰਪਾ। ਇਸ ਲਈ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਆਖਿਆ ਹੈ, ਵੇਖੋ ਭਾਈ,
ਗੁਰੂ ਦੀ ਅਤਿਅੰਤ ਲੋੜ ਹੈ। ਇਸ ਲਈ ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ, ਗੁਰੂ ਨਾਨਕ ਦੀ ਸ਼ਰਨਾਗਤੀ ਕਰ ਲਵਾਂਗੇ, ਗੁਰੂ ਗੋਬਿੰਦ ਦੀ ਸ਼ਰਨਾਗਤੀ ਕਰ ਲਵਾਂਗੇ, ਫਿਰ ਬ੍ਰਹਮ ਦੀ ਪ੍ਰਾਪਤੀ ਸਾਨੂੰ ਸਹਿਜੇ ਹੀ ਅਤੇ ਆਸਾਨ ਤਰੀਕੇ ਨਾਲ ਹੋ ਜਾਵੇਗੀ ਜੀ।